ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮਸਲਿਆਂ ਤੇ ਅਹਿਮ ਤੇ ਵਿਭਾਗ ਟਿੱਪਣੀਆਂ ਕਰਨ ਦੇ ਲਈ ਜਾਣੇ ਜਾਂਦੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਡਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਡੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 26 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਕੱਲ ਆਪਾਂ ਇਹ ਚਰਚਾ ਕੀਤੀ ਸ਼ਰਮਾ ਜੀ ਕਿ ਇਜਲਾਸ ਹੋਣ ਜਾ ਰਿਹਾ ਤੇ ਇਜਲਾਸ ਦੇ ਬਾਰੇ ਹੋਣਾ ਕੀ, ਇਹਦੇ ਬਾਰੇ ਤਕਰੀਬਨ 101% ਤੁਸੀਂ ਕੱਲ ਹੀ ਦੱਸਤਾ ਸੀਗਾ। ਪਰ ਜੋ ਇਜਲਾਸ ਦਾ ਪਹਿਲਾ ਦਿਨ ਸੀਗਾ ਉਹਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਦੇ ਬਾਰੇ ਇਹ ਗੱਲ ਨਿਕਲ ਕੇ ਆਈ ਹੈ, ਜਾਂ ਕਹ ਲਓ ਕਿ ਇਹ ਗੱਲ ਕਹਿਣੀ ਵਾਜਬ ਹੈ ਵੀ ਨਾ ਤਾਂ ਇਹ ਹੜ ਰੋਕ ਸਕੇ ਹੈ ਤੇ ਨਾ ਹੀ ਨਾਕਾਮੀਆਂ ਤੇ ਪਰਦਾ ਪਾ ਸਕਿਆ, ਸਗੋਂ ਹੋਰ ਜ਼ਾਹਰ ਹੋ ਗਏ, ਹੋਰ ਪਰਦਾ ਫਾਸ਼ ਹੋ ਗਿਆ ਇਹਨਾਂ ਦਾ। ਪ੍ਰਵੀਨ ਜੀ, ਵਿਸ਼ੇਸ਼ ਇਜਲਾਸ ਜਿਹੜਾ ਹੜ੍ਹਾਂ ਨੂੰ ਧਿਆਨ ਚ ਰੱਖ ਕੇ ਬੁਲਾਇਆ ਗਿਆ ਸੀ, ਉਸ ਦਾ ਪਹਿਲਾ ਦਿਨ ਨਿਪਟਣ ਤੋਂ ਬਾਅਦ ਜਦੋਂ ਲੇਖਾ ਜੋਖਾ ਕਰਨ ਬੈਠੋ ਤਾਂ ਇਹ ਸਮਝਣਾ ਔਖਾ ਹੋ ਜਾਂਦਾ ਕਿ ਅਸੀਂ ਜੋ ਗਵਾਇਆ ਉਹ ਤੋਂ ਕੁਝ ਸਾਨੂੰ ਬਚਤ ਹੋਈ ਜਾਂ ਅਸੀਂ ਹੋਰ ਗਵਾ ਬੈਠੇ ਹਾਂ। ਇਹਦੇ ਵਿੱਚ ਪੂਰੀ ਕੱਲ ਦੀ ਚਰਚਾ ਦੇ ਦਰਮਿਆਨ ਪੰਜਾਬ ਨੂੰ ਇਹਦੇ ਵਿੱਚੋਂ ਖੱਟਣ ਨੂੰ, ਪਾਉਣ ਨੂੰ, ਕੁਝ ਲੇਖੇ ਲਾਉਣ ਨੂੰ ਕੀ ਮਿਲਿਆ? ਚੁਣੇ ਨੁਮਾਇੰਦੇ ਜਿਸ ਤਰ੍ਹਾਂ ਉੱਥੇ ਤਾਨੇ ਮਿਹਣੇ ਦੇ ਰਹੇ ਸੀ, ਖਾਸ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਉਹਨੂੰ ਵਿਅੰਗ ਦਾ ਰੂਪ ਬਣਾਇਆ, ਕਮੇਡੀ ਸ਼ੋਅ ਬਣਾਇਆ। ਸਹੀ ਮੈਨੂੰ ਨਹੀਂ ਲੱਗਦਾ ਕਿ ਇਸ ਵੀਕਐਂਡ ਦੇ ਲੋਕਾਂ ਨੂੰ ਕੋਈ ਹੋਰ ਕਮੇਡੀ ਸ਼ੋਅ ਕਪਲ ਕੁਪਲ ਵਾਲਾ ਕਿਦਾ ਦੇਖਣ ਦੀ ਲੋੜ, ਹੀ ਦੇਖ ਲੈਣ। ਪਰ ਉਹ ਸ਼ੋਅ ਦੇਖ ਕੇ ਫਿਰ ਵੀ ਲੋਕ ਹੱਸਦੇ ਹੋਣਗੇ, ਇਹ ਸ਼ੋਅ ਦੇਖ ਕੇ ਲੋਕਾਂ ਨੂੰ ਰੋਣਾ ਆਉਣਾ। ਸਹੀ ਗੱਲ ਹੈ, ਬਿਲਕੁਲ ਜੀ। ਕਿ ਅਸੀਂ ਕੀ ਚੁਣ ਬੈਠੇ ਤੇ ਕੀ ਕਰ ਬੈਠੇ। ਪ੍ਰਵੀਨ ਜੀ, ਪੰਜਾਬ ਦੇ ਮੁੱਖ ਮੰਤਰੀ ਨੇ ਕੱਲ 39-50 ਮਿੰਟ ਦਾ ਭਾਸ਼ਣ ਦਿੱਤਾ। ਠੀਕ ਹੈ ਜੀ। ਵਿਧਾਨ ਸਭਾ ਭਾਸ਼ਣ ਵਾਲੀ ਥਾਂ ਨਹੀਂ ਹੁੰਦੀ। ਉਹਦੇ ਲਈ ਤੁਹਾਡੇ ਕੋਲ ਬਹੁਤ ਮੰਚ ਨੇ, ਰਾਜਨੀਤਿਕ ਮੰਚ ਵੀ ਨੇ, ਲੋਕਾਂ ਦੇ ਮੰਚ ਵੀ ਨੇ, ਤੁਸੀਂ ਸਟੇਜਾਂ ਤੇ ਵੀ ਜਾਂਦੇ ਹੋ, ਪ੍ਰੋਗਰਾਮਾਂ 'ਚ ਵੀ ਜਾਂਦੇ ਹੋ, ਸਾਰਾ ਕੁਛ ਹੈ। ਪੰਜਾਬ ਦੀ ਵਿਧਾਨ ਸਭਾ 'ਚ ਤੁਸੀਂ ਨਿਯਮ ਘਾੜੇ ਬਣ ਕੇ ਬੈਠਣਾ, ਕਾਨੂੰਨ ਘਾੜੇ ਬਣ ਕੇ ਬੈਠਣਾ ਹੁੰਦਾ। ਸਹੀ। ਤੁਸੀਂ ਲੋਕਾਂ ਦੇ ਦਰ ਤੇ ਮੱਲਮ ਲਾਉਣ ਦੀ ਕੋਈ ਨੀਤੀ ਘੜਨੀ ਹੁੰਦੀ। ਸਹੀ ਗੱਲ, ਬਿਲਕੁਲ। ਪੂਰੇ ਸੈਸ਼ਨ ਦੇ ਦੌਰਾਨ ਇੱਕ ਦਿਨ ਦਾ ਜਿਹੜਾ ਪੂਰਾ ਦਿਨ ਸੀ, ਉਹਦੇ ਵਿੱਚੋਂ ਮੈਨੂੰ ਦੱਸ ਦਿਓ ਕਿ ਕਦੇ ਵੀ ਕਿਤੇ ਵੀ ਇੱਕ ਵੀ ਸਮੇਂ ਲੱਗਿਆ ਹੋਵੇ ਕਿ ਲੈ ਵੀ ਇਹ ਹੜ੍ਹਾਂ ਦੇ ਮਸਲੇ ਦੀ ਸਮੀਖਿਆ ਕਰ ਰਹੇ ਆ। ਕਿਤੇ ਵੀ ਲੱਗਿਆ ਹੋਵੇ ਕਿ ਹੜ੍ਹ ਆਏ ਕਿਉਂ, ਉਹਦੇ ਕਾਰਨਾਂ ਦੀ ਪਹਿਚਾਣ ਕਰ ਰਹੇ ਆ। ਕਿਤੇ ਵੀ ਲੱਗਿਆ ਹੋਵੇ ਕਿ ਜੀ ਇਸ ਹੜ੍ਹਾਂ ਨੂੰ ਰੋਕਿਆ ਕਿਵੇਂ ਜਾ ਸਕਦਾ, ਅਗਾਂਹ ਤੋਂ ਨਾ ਆਉਣ, ਕੋਈ ਉਹਦੀ ਰਣਨੀਤੀ ਘੜ, ਇੱਕ ਵਾਰ ਵੀ ਇਹ ਚੀਜ਼ ਨਹੀਂ। ਜੀ ਸਹੀ ਹੈ। ਮੁੱਖ ਮੰਤਰੀ ਸਾਹਿਬ ਨੇ ਰਿਲੀਫ ਫੰਡ ਦੀ ਥਾਂ ਤੇ ਜਿਹੜਾ ਉਹ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਪੈਸੇ ਮੰਗੇ ਨੇ, ਕੁਝ ਬਾਰ-ਬਾਰ ਕਹਿੰਦੇ ਨੇ ਸਰਕਾਰ ਤੇ ਯਕੀਨ ਕਰੋ। ਕਿਉਂ ਕਹਿਣਾ ਪੈ ਰਿਹਾ ਸ਼ਬਦ? ਇਹਦਾ ਤਾਂ ਲੋਕਾਂ ਨੂੰ ਯਕੀਨ ਨਹੀਂ ਹੈ ਤੁਹਾਡੇ ਤੇ। ਇਹਦਾ ਮਤਲਬ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਯਕੀਨ ਹੈ ਨਹੀਂ। ਬਿਲਕੁਲ। ਤੇ ਦੂਸਰੀ ਗੱਲ, ਤੁਸੀਂ ਜਿਹੜੇ ਸਵਾਲ ਖੜੇ ਕਰਦੇ ਸੀ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਪੀਐਮ ਕੇਅਰ ਫੰਡ ਤੇ, ਉਹੀ ਜਿਹਾ ਤੁਸੀਂ ਲਿਆਏ। ਸਹੀ, ਬਿਲਕੁਲ ਸਹੀ। ਤੇ ਉਸ ਨੂੰ ਲੁਕੋ ਕਿਉਂ ਰਹੇ ਹੋ? ਫਿਰ ਬਹਾਨਾ ਇਹ ਜੀ ਕਿ ਉਹ ਏਦਾਂ ਨਹੀਂ ਦੇ ਸਕਦੇ ਜੀ, ਐਮਪੀ ਫੰਡ ਜੀ, ਫਲਾਣਾ ਫੰਡ ਜੀ, ਇਹ ਨਿਰਾ ਝੂਠ ਬੋਲਿਆ ਸੀ ਉੱਥੇ। ਮਤਲਬ ਮੁੱਖ ਮੰਤਰੀ ਦੀ ਉਸ ਫੰਡ ਨੂੰ ਲੈ ਕੇ, ਰੰਗਲਾ ਪੰਜਾਬ ਸੁਸਾਇਟੀ ਫੰਡ ਨੂੰ ਲੈ ਕੇ ਦਿੱਤੀ ਸਫਾਈ ਦੇ ਬਾਵਜੂਦ ਵੀ ਪੰਜਾਬ ਵਾਸੀਆਂ ਦੀ ਤਸੱਲੀ ਨਹੀਂ ਹੋਈ। ਫਿਰ ਉਹਨਾਂ ਨੇ ਉਹ ਜਿਹੜਾ ਜੁਮਲਾ ਉਹਨਾਂ ਦਾ ਫੇਰ ਦੁਹਰਾਇਆ, ਜਿਸ ਦਾ ਖੇਤ ਉਸਦਾ ਰੇਤ। ਉਹ ਪਹਿਲਾਂ
ਹਿੰਦੀ 'ਚ ਬੋਲਣ ਲੱਗ ਪਏ ਸੀ, ਕਿਉਂਕਿ ਦਿਮਾਗ 'ਚ ਤਾਂ ਉਹ ਇਸ਼ਤਿਹਾਰ ਚੜਿਆ ਨਾ ਜਿਹੜਾ ਦਿੱਲੀ ਤੋਂ ਬਣ ਕੇ ਤਿਆਰ ਹੋ ਕੇ। ਬਿਲਕੁਲ ਹੈ ਨਾ, ਸਹੀ ਹੈ। ਤੇ ਇਹ ਉਹ ਪਰ ਹਕੀਕਤ ਦੇ ਵਿੱਚ ਕੀ ਉਹ ਲੋਕਾਂ ਨੂੰ ਦਰੁਸਤ ਹੋਇਆ ਜੀ? ਸਾਰੇ ਥੱਲੇ ਜਾਣਦੇ ਨੇ ਕਿ ਕਿਵੇਂ ਮਾਈਨਿੰਗ ਮਾਫੀਆ ਵੀ, ਮਾਈਨਿੰਗ ਵਿਭਾਗ ਵੀ ਤੇ ਥੋੜਾ ਪੁਲਿਸ ਵੀ ਥੱਲੇ ਜਾ ਕੇ ਤੰਗ ਕਰਨ ਲੱਗ ਪਈ। ਫਿਰ 12,000 ਕਰੋੜ ਦਾ ਆਪਣੇ ਹੀ ਤਰੀਕੇ ਨਾਲ ਹਿਸਾਬ ਦੇ ਗਏ ਮੁੱਖ ਮੰਤਰੀ ਸਾਹਿਬ। ਅੱਛਾ, ਮਤਲਬ ਵਿਰੋਧੀ ਧਿਰਾਂ ਦੀ ਛੱਡੋ, ਪੱਤਰਕਾਰਾਂ ਦੀ ਛੱਡੋ, ਇਹਨਾਂ ਲੋਕਾਂ ਦੀ ਛੱਡੋ, ਮੁੱਖ ਮੰਤਰੀ ਸਾਹਿਬ ਆਪਣਾ ਦਿੱਤਾ ਭਾਸ਼ਣ ਦੁਬਾਰਾ ਸੁਣ ਕੇ ਦੱਸ ਦੇਣ ਕਿ ਉਹਨਾਂ ਨੂੰ ਸਮਝ ਆਉਂਦਾ 12,000 ਕਰੋੜ ਦਾ ਕੀ ਹਿਸਾਬ। ਮਤਲਬ ਕੀ ਉਹਨਾਂ ਦਾ ਦਿੱਤਾ ਹਿਸਾਬ ਪੰਜਾਬ ਨੇ ਪ੍ਰਵਾਨ ਕੀਤਾ? ਵਾਧਾ ਹੀ ਖੜਾ। ਫਿਰ ਇਹ ਤੋਂ ਗਾਂ ਕਹਿੰਦੇ ਜੀ ਪੌਂਗ ਡੈਮ ਦੇ ਵਿੱਚ 60% ਪਹਿਲਾਂ ਨਾਲੋਂ ਪਾਣੀ ਵੱਧ ਆਇਆ, ਭਾਖੜਾ ਡੈਮ 'ਚ 2.5% ਪਾਣੀ ਵੱਧ ਆਇਆ, ਰਣਜੀਤ ਸਾਗਰ ਡੈਮ 'ਚ 65% ਪਹਿਲਾਂ ਨਾਲੋਂ ਪਾਣੀ ਵੱਧ ਆਇਆ। ਜੇ ਉਹਨਾਂ ਡੈਮਾਂ 'ਚ ਪਾਣੀ ਵੱਧ ਆਇਆ ਤੇ ਫਿਰ ਡੈਮਾਂ ਦੇ ਕੰਟਰੋਲ ਲਈ ਤੁਸੀਂ ਕਹਿ ਰਹੇ ਹੋ ਜੀ ਕਿ ਡੈਮ ਵਾਲਿਆਂ ਨੇ ਸਾਨੂੰ ਪੁੱਛਿਆ ਨਹੀਂ, ਸਾਨੂੰ ਦੱਸਿਆ ਨਹੀਂ, ਆਪਣੀ ਮਰਜ਼ੀ ਨਾਲ ਪਾਣੀ ਛੱਡਿਆ ਜੀ, ਇੰਨਾ ਭਰਦੇ ਰਹੇ ਜੀ, ਸਾਡੇ ਕੰਟਰੋਲ ਨਹੀਂ। ਫਿਰ ਕੰਟਰੋਲ 'ਚ ਕਰਨ ਲਈ ਤੁਸੀਂ ਕਿਹੜਾ ਮਤਾ ਲਿਆ? ਬਿਲਕੁਲ, ਇਹ ਤਾਂ ਸਵਾਲ ਤੁਹਾਨੂੰ ਬਣਦਾ ਹੀ। ਤੁਸੀਂ ਡੈਮਾਂ ਦਾ ਆਪਣੇ ਹੱਥ ਕੰਟਰੋਲ ਲੈਣ ਲਈ ਕਿਹੜਾ ਫੈਸਲਾ ਕੀਤਾ ਉੱਥੇ ਕਿ ਚਲੋ ਉਹ ਪਾੜਾ ਚਾਹੇ ਉਹ ਆਪਣੀ ਸਿਆਸਤ ਕਰ ਰਿਹਾ, ਤੁਸੀਂ ਵੀ ਤਾਂ ਉੱਥੇ ਸਿਆਸੀ ਧਿਰ ਵਜੋਂ ਹੀ ਬੈਠੇ ਹੋ। ਸਹੀ ਗੱਲ, ਬਿਲਕੁਲ। ਪਾੜਾ ਕਹਿ ਰਿਹਾ ਕਿ ਹੁਣੇ ਚਲੋ, ਆਪਾਂ ਇਕੱਲੇ ਗੱਲ ਕਰ ਰਹੇ ਸੀ ਨਾ ਕਿ ਉੱਠ ਕੇ ਜਾਣਗੇ ਦਿੱਲੀ ਨੂੰ, ਤੇ ਉਹ ਕਹਿੰਦਾ ਹੁਣੇ ਚਲੋ, ਚੱਲਦੇ ਆ ਮੋਦੀ ਦੇ ਘਰ ਮੂਹਰੇ, ਲਾਓ ਧਰਨਾ ਜੀ। ਤੇ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਪਾੜਾ ਜੀ ਚਲੋ ਆਪਾਂ ਹੁਣੇ ਚੱਲਦੇ ਆ, ਠੀਕ ਹੈ, 2 ਦਿਨ ਸ਼ਨੀ ਐਤਵਾਰ ਹੈਗੇ, ਉੱਥੇ ਕੱਟ ਲਾਂਗੇ, 2 ਦਿਨ ਲਾਈ ਉਹਨੇ ਦਿੱਲੀ। ਜੇ 117 MLA, ਸਮੁੱਚੀ ਕੈਬਨਿਟ, ਮੁੱਖ ਮੰਤਰੀ, ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਜਿਹੜੀ ਧਿਰ ਦਾ ਨਹੀਂ ਆਊਗਾ ਰਾਜ ਸਭਾ ਜਾਂ ਲੋਕ ਸਭਾ ਮੈਂਬਰ ਪੰਜਾਬ ਵਾਲਾ, ਆਪੇ ਦੇਖਣਗੇ ਲੋਕ ਕਿਹਾ ਨਹੀਂ ਗਿਆ ਫਲਾਣਾ। ਸਹੀ ਹੈ, ਬਿਲਕੁਲ। ਦੇ ਘਰ ਮੂਹਰੇ ਜੰਤਰ ਮੰਤਰ, ਸੰਸਦ ਦੇ ਬਾਹਰ ਇੰਡੀਆ ਗੇਟ, ਕਿਤੇ ਤਾਂ ਬੈਠੋ। ਜੇ ਨਹੀਂ ਦਿਖਿਆ ਕਿਤੇ ਜੀ। ਫਿਰ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤਾਂ ਕਹਿ ਰਹੇ ਜੀ ਡੈਮ ਵਾਲੇ ਸਾਨੂੰ ਪੁੱਛਦੇ ਨਹੀਂ, ਕੇਂਦਰ ਸਾਡੀ ਬਾਂਹ ਨਹੀਂ ਫੜਦਾ, ਦੂਏ ਪਾਸੇ ਖੁਦ ਹੀ ਪੂਰਾ ਜ਼ੋਰ ਲੱਗਿਆ ਰਿਹਾ। ਪੂਰੀ ਉਹਨਾਂ ਦੀ ਚਰਚਾ ਸੁਣ ਕੇ ਦੇਖ ਲਓ, ਜਿੰਨਾ ਬੋਲੇ ਉਹ 'ਚ ਇੱਕੋ ਤਰੀਕੇ ਦਾ ਜ਼ੋਰ ਸੀ ਕਿ ਮੈਂ ਇਸ ਹੜ੍ਹਾਂ ਨੂੰ ਕੁਦਰਤੀ ਹੜ੍ਹ ਸਾਬਤ ਕਰ ਦਵਾਂ। ਉਹ ਅੱਛਾ, ਪਹਿਲਾਂ ਵੀ ਕਹਿ ਚੁੱਕਿਆ ਇੱਕ ਦੋ ਵਾਰ। ਮਤਲਬ ਉਹ ਕਹਿੰਦੇ ਜੀ ਹਾਂ ਪਹਿਲਾਂ ਤਾਂ ਕਹਿ ਚੁੱਕਿਆ, ਹੁਣ ਉੱਥੇ ਕਹਿ ਰਹੇ ਡੈਮਾਂ 'ਚ ਤਾਂ ਜੀ 2 ਲੱਖ ਕਿਊਸਕ ਪਾਣੀ ਆਇਆ ਜੀ, ਜਿਹੜੀਆਂ ਖੱਡਾਂ ਨੇ ਜੀ, ਇਹਨੇ ਕਿੱਥੇ ਖੱਡਾਂ ਦੇਖੀਆਂ ਹੋਣੀਆਂ ਜੀ ਵਿਰੋਧੀਆਂ ਨੇ ਜੀ, ਇਹਨਾਂ ਖੱਡਾਂ ਨਾ ਗਣਾਏ ਕਿ ਆ ਹਿਮਾਚਲ ਵਾਲੀਆਂ ਖੱਡਾਂ, ਪੰਜਾਬ ਵਾਲੀਆਂ ਖੱਡਾਂ, ਜੰਮੂ ਕਸ਼ਮੀਰ ਵਾਲੀਆਂ ਖੱਡਾਂ, ਇਹਨਾਂ 'ਚ ਕਹਿੰਦੇ ਜੀ 10 ਲੱਖ ਦੇ ਕਰੀਬ 9,99,000 ਕਿਊਸਕ ਤੋਂ ਵੱਧ ਪਾਣੀ ਇਹਨਾਂ 'ਚ ਆਇਆ ਜੀ। 10 ਲੱਖ ਕਿਊਸਕ ਦੇ ਕਰੀਬ ਕਹਿੰਦੇ ਪਾਣੀ ਇਹਨਾਂ 'ਚ ਆ ਗਿਆ ਜੀ ਖੱਡਾਂ 'ਚ, ਤੇ ਉਹਦੇ ਨਾਲ ਕਹਿੰਦੇ ਹੜ੍ਹ ਆਇਆ ਜੀ। ਇੰਨਾ ਮੀਂਹ ਕਦੇ ਨਹੀਂ ਪਿਆ ਜੀ, ਨਾ ਹੁਣ ਪਿਆ ਜੀ। ਅੰਦਾਜ਼ਾ ਕੁਛ ਹੁੰਦਾ ਸੀ, ਮੀਂਹ ਜ਼ਿਆਦਾ ਪਿਆ। ਬਿਲਕੁਲ ਜੀ, ਇਹ ਤਾਂ ਕੋਈ ਵੀ ਨਹੀਂ ਕਹਿ ਰਿਹਾ ਜਨਾਬ ਕਿ ਪਾਣੀ ਕੁਦਰਤੀ ਨਹੀਂ ਆਇਆ। ਪਾਣੀ ਤਾਂ ਕੁਦਰਤੀ ਹੋਇਆ, ਜੇ ਮੀਂਹ ਭਰਿਆ ਤਾਂ ਪਾਣੀ ਆਇਆ। ਪਰ ਇੱਕ ਵਰਦੇ ਮੀਂਹ ਦੇ ਹਿਸਾਬ ਨਾਲ ਪਾਣੀ ਦਾ ਆਉਣਾ, ਇੱਕ ਤੁਹਾਡੇ ਡੈਮਾਂ ਚੋਂ ਇਕੱਠਾ ਕਰਕੇ ਪਾਣੀ ਦਾ ਛੱਡਣਾ। ਹੁਣ ਖਾਦ ਕੱਢਣ ਨੂੰ ਲੈ ਕੇ ਉਹ ਅਸੀਂ ਤਾਂ ਜੀ ਚੋਇਆਂ ਚੋਂ ਕਢਾਈ ਆ ਜੀ, ਅਸੀਂ ਤਾਂ ਡਰੇਨਾਂ ਸਾਫ਼ ਕਰਾਈਆਂ ਜੀ, ਅਸੀਂ ਤਾਂ ਬਾਹਰ ਕੀਤਾ ਜੀ ਸਾਫ਼, ਇੰਨਾ ਪੈਸਾ। ਬਈ ਪੈਸਾ ਸਭ ਨੂੰ ਪਤਾ ਤੁਸੀਂ ਖਰਚ ਲਿਆ। ਮੈਂ ਤੁਹਾਨੂੰ ਤਾਜ਼ੀ ਉਦਾਹਰਨ ਦੇ ਦਿੰਦਾ। ਹਾਂਜੀ, ਕਈ ਥਾਵਾਂ ਤੇ ਡੈਮ ਬੰਨ ਹੋਏ, ਜਿਹੜੇ ਉਹ ਤੁਸੀਂ ਬੰਨ ਜਿਵੇਂ ਹੈ ਨਾ ਬੰਨ, ਤੁਸੀਂ ਬੰਨ ਹੁੰਦੇ ਹਨ, ਉਹ ਇੱਕ ਪੁਲ ਟੁੱਟਿਆ ਜਿਵੇਂ ਲੋਕਲ, ਉਸ ਪੁਲ ਨੂੰ ਬਾਬਿਆਂ ਨੇ ਬੰਨਿਆ, ਨਾਲ ਸੰਗਤ ਲੱਗੀ ਰਹੀ। ਕੱਲ ਇਹਨਾਂ ਦਾ ਵਿਭਾਗ ਉੱਥੇ ਮੈਸ਼ ਕਰਨ ਚਲਾ ਗਿਆ ਉਹਦੀ, ਤੇ ਉੱਪਰ ਦੀ ਪੱਤਰਕਾਰ ਆ ਗਏ, ਸੰਗਤ ਆ ਗਈ, ਫਿਰ ਭੱਜ ਲਏ ਗੱਡੀਆਂ ਲੈ ਕੇ। ਇਹ ਲੋਕਾਂ ਦੇ ਲਾਏ ਥੈਲਿਆਂ ਨੂੰ ਸਰਕਾਰੀ ਕੋਟੇ 'ਚ ਪਾ ਕੇ ਬਿੱਲ ਵਸੂਲਣਗੇ। ਇਹਨਾਂ ਨੂੰ ਤਾਂ ਰਾਹਤ ਰਾਸ਼ੀ ਮਿਲ ਗਈ। ਸਹੀ ਗੱਲ। ਹੁਣ ਉਹ ਵਿਭਾਗ ਦੇ ਅਫਸਰਾਂ ਨੇ ਛਕਣੀ ਆ ਕਿ ਨਾਲ MLA ਦੇ ਹਿੱਸੇ ਕੁਛ ਆਉਣਾ ਨਹੀਂ ਆਉਣਾ, ਇਹ ਦੇਖਣ। ਬਿਲਕੁਲ, ਸਾਨੂੰ ਨਹੀਂ ਪਤਾ ਕਿ ਉਹ ਸਾਬਕਾ ਦੇ ਘਰੇ ਫੜਾਏ ਹੋਣਗੇ ਕਿ ਇਹਨੂੰ ਦੇਣਗੇ, ਜਿਹਦੀ ਜਿੰਨੀ ਚੱਲਦੀ ਉਹਨੇ ਚਲਾ ਰਿਹਾ ਅਜੇ ਵੀ। ਪਰ ਸਵਾਲ ਤਾਂ ਇਹ ਹੈ ਕਿ ਹੋ ਤਾਂ ਇਹ ਰਿਹਾ ਜੀ ਥੱਲੇ। ਸਹੀ ਗੱਲ। ਤੁਸੀਂ ਇਹਦਾ ਮਤਲਬ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਇਹ ਗੱਲ ਤੇ ਮੋਹਰ ਲਾ ਰਹੇ ਹੋ ਕਿ ਨਾ ਅਸੀਂ ਕੇਂਦਰ ਨੂੰ ਕਟਹਿਰੇ 'ਚ ਖੜਾ ਕਰਾਂਗੇ ਹੜ੍ਹਾਂ ਦੇ ਮਾਮਲੇ, ਨਾ ਅਸੀਂ
ਡੈਮ ਵਾਲਿਆਂ ਨੂੰ, ਅਧਿਕਾਰੀਆਂ ਨੂੰ ਕਟਹਿਰੇ 'ਚ ਖੜਾ ਕਰਾਂਗੇ, ਨਾ ਅਸੀਂ ਡੈਮਾਂ ਦਾ ਖੁਦ ਕੰਟਰੋਲ ਲੈਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਸਿਰਫ ਭੰਡ ਭਈਆ ਕਰਾਂਗੇ। ਸਹੀ ਗੱਲ ਹੈ, ਬਿਲਕੁਲ। ਮਤਲਬ ਵਿਰੋਧੀ ਧਿਰ ਦਾ ਲੀਡਰ ਉੱਪਰ ਲੱਭੀ ਜਾਂਦਾ ਹੈ ਨਾ, ਉਹ ਕਹਿੰਦਾ ਜੀ ਉੱਪਰ ਨਹੀਂ ਆਇਆ ਜੀ, ਹੈ ਨਾ। ਇਹ ਕਹਿੰਦੇ ਵੀ ਕਿ 1600 ਕਰੋੜ ਦਾ ਜੀ ਜੁਮਲੇ ਵਾਲਾ ਬੋਰਡ ਲੈ ਕੇ ਘੁੰਮ ਰਹੇ ਨੇ। ਮਤਲਬ ਸੱਤਾਧਾਰੀ ਧਿਰ ਵਿਰੋਧ ਕਰ ਰਹੀ ਹੈ ਅੰਦਰ ਪੋਸਟਰ ਲੈ ਕੇ। ਸਹੀ ਗੱਲ ਹੈ, ਬਿਲਕੁਲ। ਹੈ ਨਾ, ਤੁਸੀਂ ਸਰਕਾਰ ਹੋ ਤੇ ਫਿਰ ਜੀ ਉਹਦੇ ਨਾਲ ਤਾਂ ਸੈਸ਼ਨ ਵੀ ਚੱਕਣਾ ਪੈਂਦਾ ਜੀ, ਵੀ ਹਟਾ ਦਿਓ ਜੀ, ਹੈ ਨਾ। ਤੇ ਫਿਰ ਕਹਿੰਦੇ ਵੀ ਕਾਂਗਰਸੀ ਤਾਂ ਬੀਜੇਪੀ ਦੇ ਏਜੰਟ ਨੇ, ਹੈ ਨਾ। ਕਾਂਗਰਸੀ ਕਹਿੰਦੇ ਜੀ ਮੋਦੀ ਸਟਾਈਲ 'ਚ ਮੁੱਖ ਮੰਤਰੀ ਕੰਮ ਕਰਦਾ, ਕਿ ਜਿਵੇਂ ਉਹਨੇ ਫੰਡ ਬਣਾਇਆ ਉਵੇਂ ਇਹਨਾਂ ਨੇ ਫੰਡ ਬਣਾ ਲਿਆ। ਸੋ ਫਿਰ ਮੰਤਰੀ ਸਾਹਿਬ ਆ ਗਏ, ਸਾਡੇ ਸਿੰਚਾਈ ਮੰਤਰੀ, ਹੈ। ਉਹ ਕਹਿੰਦੇ ਲਓ ਜੀ ਮੈਂ ਮਤਾ ਪੇਸ਼ ਕਰਦਾ, ਇਹ 1600 ਕਰੋੜ ਤਾਂ ਚੋਂ ਕੋਈ ਟੋਕਨ ਮਨੀ ਵੀ ਨਹੀਂ ਭੇਜੀ ਜੀ, ਹਲੇ ਝੂਠ ਬੋਲਦੇ ਆ, 15 ਦਿਨ ਹੋ ਗਏ, ਬਿਲਕੁਲ ਨਹੀਂ ਆਈ। ਤੁਸੀਂ ਫਿਰ ਉਹਦੇ ਲਈ ਕੀਤਾ ਕੀ? ਜੀ ਜੀ, ਨਹੀਂ ਆਈ। ਅੱਜ ਜੀ ਅਸੀਂ 20,000 ਕਰੋੜ ਦੇ ਮੰਗ ਵਾਲਾ ਮਤਾ ਪੇਸ਼ ਕਰਦੇ ਹਾਂ ਜੀ। ਤਾਂ ਪੇਸ਼ ਕਰਾ ਲਿਆ, ਉਸ ਦਾ ਅਖੀਰਲੇ ਦਿਨ ਪਾਸ ਕਰਾ ਲੈਣ, ਕੱਲ ਪਾਸ ਨਹੀਂ ਹੋਇਆ ਜੀ, ਹੈ ਨਾ। ਤੇ ਮੰਤਰੀ ਸਾਹਿਬ, ਸਿੰਚਾਈ ਮੰਤਰੀ ਸਾਹਿਬ ਦੱਸੀ ਜਾਂਦੇ ਆ ਆਪਣੇ ਉਹਦੇ ਵਿੱਚ ਕਿ 34 ਲੱਖ ਲੋਕ ਪ੍ਰਭਾਵਿਤ ਹੈ। ਮੁੱਖ ਮੰਤਰੀ ਸਾਹਿਬ ਆਪਣੇ ਭਾਸ਼ਣ 'ਚ ਬੋਲੀ ਜਾਂਦੇ ਆ 20 ਲੱਖ ਲੋਕ ਪ੍ਰਭਾਵਿਤ ਹੈ। ਇੱਕੋ ਵਿਧਾਨ ਸਭਾ 'ਚ ਖੜ ਕੇ ਇੱਕੋ ਧਿਰ ਦੇ, ਇੱਕੋ ਕੈਬਨਿਟ ਦੇ ਮੰਤਰੀ ਤੇ ਮੁੱਖ ਮੰਤਰੀ ਅੱਡੋ ਅੱਡ ਆਂਕੜੇ ਦੇਈ ਜਾਂਦੇ ਆ ਲੋਕਾਂ ਨੂੰ। ਇਹ ਤਾਂ ਹੜ੍ਹਾਂ ਵੇਲੇ ਵੀ ਕਹਿ ਦਿੰਦੇ ਸੀ 13,000 ਕਰੋੜ ਦਾ ਨੁਕਸਾਨ ਹੋਇਆ, ਕੋਈ ਕਹਿੰਦਾ 20 ਦਾ, ਕੋਈ ਕਹਿੰਦਾ 25 ਦਾ। ਉਹ ਪ੍ਰਧਾਨ ਮੰਤਰੀ ਮੂਹਰੇ ਅੱਡੋ ਅੱਡ ਸੀ, ਮੰਤਰੀ ਕੁਝ ਬੋਲ ਰਿਹਾ ਸੀ, ਚੀਫ ਸੈਕਟਰੀ ਕੁਝ ਹੋਰ ਬੋਲ ਰਿਹਾ ਸੀ। ਜੀ ਜੀ। ਸੋ ਇਹ ਲਈ ਦੂਆਂ ਨੂੰ ਕਹੀ ਜਾਂਦੇ ਆ ਤਿਆਰੀ ਨਹੀਂ, ਆਪ ਕਾਗਜ਼ ਨਹੀਂ ਲੱਭ ਰਹੇ ਸੀ ਉੱਥੇ ਬੋਲਦੇ ਹੋਏ, ਕਿਉਂਕਿ ਕਾਗਜ਼ ਤੁਸੀਂ ਤਿਆਰ ਕਰਕੇ ਨਹੀਂ ਲਿਆਏ, ਤਿਆਰ ਦੇ ਦਿੱਤਾ ਗਿਆ ਕਰਕੇ, ਪਲੰਦਾ ਫੜਾ ਦਿੱਤਾ ਗਿਆ। ਸੋ ਇਸ ਲਈ ਸਮੁੱਚੇ ਕੱਲ ਦੇ ਇੱਕ ਦਿਨ ਦੇ ਸੈਸ਼ਨ ਦੇ ਵਿੱਚੋਂ ਜੀ ਜੀ ਪੰਜਾਬ ਦੇ ਲੋਕ ਜਿਹੜੀ ਰਾਹਤ ਲੱਭਦੇ ਸੀ ਉਹਨਾਂ ਨੂੰ ਰਾਹਤ ਲੱਭੀ ਨਹੀਂ, ਨਿਰਾਸ਼ਾ ਹੀ ਲੱਭੀ। ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਕਹਿੰਦੇ 2027 ਦੀ ਜਿਹੜੀ ਲੋਕ ਹਨੇਰੀ ਹੋਊਗੀ ਉਹ ਸਿਆਸੀ ਬੋਰਡ ਵੀ ਉਖਾੜ ਦੇਊਗੀ। ਦੇਖੋ, ਸਿਆਸੀ ਤੌਰ ਦੇ ਉੱਤੇ ਜਿਨ੍ਹਾਂ ਨੇ ਪਿਛਲੀਆਂ 2022 ਦੀਆਂ ਚੋਣਾਂ ਦੇਖੀਆਂ ਉਹ ਜਾਣਦੇ ਜੀ। ਮੁੱਖ ਮੰਤਰੀ ਸਾਡੇ ਭਗਵੰਤ ਮਾਨ ਹੋਰੀ ਖੁਦ ਗੱਲਾਂ ਕਰਦੇ ਹੁੰਦੇ ਸੀ ਕਿ ਆਹ ਦੇਖੋ ਵੀ ਕੈਪਟਨ ਵੀ ਧੋਤਾ, ਆਹ ਦੇਖੋ ਵੀ ਭੱਠਲ ਵੀ ਗਈ, ਆਹ ਦੇਖੋ ਵੀ, ਹੈ ਨਾ, ਮਤਲਬ ਮਜੀਠੀਆ ਵੀ ਗਿਆ, ਆਹ ਲੋ ਸੁਖਵੀਰ ਵੀ ਚੱਕੋ, ਆਹ ਚੱਕੋ ਨਵਜੋਤ ਸਿੱਧੂ ਵੀ, ਹੈ ਨਾ, ਬੜੇ ਬੜੇ ਧੁਰੰਦਰ ਜੀ ਹਾਰ ਗਏ ਜੀ। ਮਤਲਬ ਸਾਰਿਆਂ ਦਾ ਇਹਨਾਂ ਨੇ, ਹੈ ਨਾ, ਉਹ ਲੇਖਾ ਜੋਖਾ। ਇਹਦਾ ਮਤਲਬ ਜੇ ਉਹ ਬੜੇ ਧੁਰੰਦਰ ਲੋਕ ਘੇਰ ਸਕਦੇ ਨੇ ਤਾਂ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਫਿਰ? ਸਹੀ ਗੱਲ। ਪਰ ਕਹਿੰਦੇ ਨਾ, ਅਸੀਂ ਤਾਂ ਬੋਰਡ ਆ, ਪੱਕੇ ਲੱਗੇ। ਪੱਕੇ ਤਾਂ ਸੁਖਵੀਰ ਬਾਦਲ ਵੀ ਕਹਿੰਦਾ ਸੀ 25 ਸਾਲ ਰਾਜ ਕਰਨਾ। ਸਹੀ ਹੈ, ਬਿਲਕੁਲ, ਹੈ ਨਾ। ਇਹ ਤਾਂ ਕਾਂਗਰਸ ਨੂੰ ਵੀ ਦੇਸ਼ ਔਰ ਸੂਬਿਆਂ 'ਚ ਲੱਗਣ ਲੱਗੇ ਸੀ ਗਰੰਟਡ ਅਸੀਂ ਹੋਰ ਤਾਂ ਕਿਸੇ ਦੀ ਵਾਰੀ ਨਹੀਂ ਆਉਣੀ। ਇਹ ਭੁਲੇਖਾ ਤਾਂ ਮੋਦੀ ਨੇ ਵੀ ਪਾਲ ਲਿਆ ਕਿ ਮੈਂ ਚਿਰਜੀਵੀ ਹੁਣ ਸਦਾ ਹੀ ਮੈਂ ਹੀ ਰਹਿਣਾ। ਨਾ ਇਸ ਧਰਤੀ ਤੇ ਕੋਈ ਸਦਾ ਰਿਹਾ ਤੇ ਨਾ ਇਸ ਸੱਤਾ 'ਚ ਕੋਈ ਸਦਾ ਰਿਹਾ। ਜੀ ਜੀ, ਇਹ ਜਾਣੀ ਆ ਮਿੱਤਰਾ, ਜੇ ਲੋਕ ਉਹਨਾਂ ਨੂੰ ਹਰਾ ਕੇ ਤੁਹਾਨੂੰ ਚੁਣ ਸਕਦੇ ਨੇ, ਤੁਹਾਨੂੰ ਤੋੜ ਕੇ ਕੋਈ ਹੋਰ ਵੀ ਚੁਣ ਸਕਦੇ। ਜਦੋਂ ਤੁਹਾਨੂੰ 92 ਨੂੰ ਚੁਣਿਆ, ਸਹੀ ਹੈ, ਤਾਂ ਲੋਕਾਂ ਨੇ ਨਾ ਤੁਹਾਡਾ ਉਮੀਦਵਾਰ ਦੇਖਿਆ, ਨਾ ਤੁਹਾਡਾ ਚਿਹਰਾ ਦੇਖਿਆ, ਨਾ ਤੁਹਾਡੀ ਯੋਜਨਾ ਦੇਖੀ। ਲੋਕਾਂ ਨੇ ਉਹ ਹਰਾਉਣੇ ਤੈਅ ਕਰਕੇ ਤੁਸੀਂ ਜਿਤਾਤੇ। ਕੋਈ ਪੈਸਾ ਤੇ ਲੱਗੀ, ਉਸ ਸਮੇਂ ਉਹਨੇ ਪੈਸਾ ਨਹੀਂ ਵੰਡਿਆ ਦੂਜਿਆਂ ਨੇ। ਸਹੀ ਹੈ, ਬਿਲਕੁਲ, ਕਿ ਉਸ ਸਮੇਂ ਉਹਨੇ ਵੋਟਾਂ ਖਰੀਦੀਆਂ ਨਹੀਂ, ਪਰ ਲੋਕਾਂ ਨੇ ਉਸ ਵਿੱਚ ਯਕੀਨ ਤੁਹਾਡੇ ਤੇ ਕੀਤਾ। ਤੇ ਹੁਣ ਤੁਸੀਂ ਚਾਹੇ ਸੋਨੇ ਦੇ ਬਣ ਕੇ ਆ ਜਾਓ, ਮੈਨੂੰ ਨਹੀਂ ਲੱਗਦਾ ਪੰਜਾਬ ਇਹਨਾਂ ਯਕੀਨ ਕਰੂਗਾ। ਹਾਂ, ਦੂਜਿਆਂ ਤੇ ਅਜੇ ਯਕੀਨ ਬਹਾਲ ਨਹੀਂ ਹੋਇਆ, ਇਸੇ ਲਈ ਗੰਦਲ ਚੌਂਦ ਹੋਣ ਦਾ ਬਹੁਤ ਖਤਰਾ ਖੜਾ ਕਿ ਖਾਸਾ ਕੁਝ ਰਲ ਗੱਡ ਹੋ ਜਾਵੇ, ਹੈ ਨਾ, ਤੇ ਜਾਂ ਕੋਈ ਉਸ ਚੋਣਾਂ ਦੇ ਨੇੜੇ ਤੱਕ ਜਾਂਦੇ ਕੋਈ ਧਿਰ ਉੱਭਰ ਜਾਵੇ। ਪਰ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਕਹਿ ਰਹੇ ਸੀ ਬਾਕੀ ਤਾਂ ਸਾਰੇ ਗਮਲਿਆਂ 'ਚ ਲੱਗੇ ਬੂਟੇ ਨੇ, ਹਵਾ ਨੇਰੀ ਗਮਲੇ ਵੀ ਤੋੜ ਦਿੰਦੀ ਆ, ਬੂਟੇ ਵੀ ਤੋੜ ਕੇ ਡੇਗ ਦਿੰਦੀ ਆ, ਅਸੀਂ ਤਾਂ ਪੱਕੇ ਬੋਰਡ ਆ। ਸਹੀ ਹੈ, ਮਾਰਿਓ। ਜਦੋਂ ਤੁਸੀਂ 92 ਜਿਤਾਏ ਸੀ ਤਾਂ ਤੁਸੀਂ ਘਾਹ ਸੀ, ਤੇ ਉਹ ਘਾਹ ਜਿਹੜਾ ਜਿੰਨੀ ਮਰਜ਼ੀ ਹਨੇਰੀ ਝੱਖੜ ਆਵੇ ਉਹ ਵਿਛ ਜਾਂਦਾ ਤੇ ਫਿਰ ਹਵਾ ਦਾ ਬੁੱਲਾ ਜਾਂਦਾ ਖੜਾ ਹੋ ਜਾਂਦਾ, ਉਹ ਪੱਟਿਆ ਨਹੀਂ ਜਾਂਦਾ। ਪਰ ਵੱਡੇ ਵੱਡੇ ਦਰਖਤ ਜਿਹੜੇ ਅੜਦੇ ਨੇ ਹਨੇਰੀ ਮੂਰੇ, ਉਹ ਡਿੱਗ ਜਾਂਦੇ ਨੇ। ਇਸ ਲਈ ਇਹ ਭੁਲੇਖਾ ਕੱਢ ਦਿਓ ਤੇ ਠੀਕ ਹੈ। ਤੁਸੀਂ ਉੱਥੇ ਤੰਜ ਕਸਣ ਦੇ ਲਈ, ਮਤਲਬ ਜਿਹੜੇ ਇਸ ਵਿਧਾਨ ਸਭਾ ਦਾ ਮੈਂਬਰ ਵੀ ਨਹੀਂ, ਸੁਖਵੀਰ ਬਾਦਲ, ਉਹਦੇ ਬਾਰੇ ਟੋਟਕੇ
ਉਹ ਰਾਹੁਲ ਗਾਂਧੀ ਬਾਰੇ ਟੋਟਕਾ ਕਹਿੰਦਾ ਜੀ ਹੜ ਚੱਲਿਆ ਸੀ, ਜੇ ਅਸੀਂ ਭੇਜ ਦਿੰਦੇ ਪਾਕਿਸਤਾਨ ਚਲਾ ਜਾਂਦਾ, ਫਿਰ ਕਹਿੰਦੇ ਸਾਡਾ ਲੀਡਰ ਉਧਰ ਚਲਾ ਗਿਆ। ਖੁਦ ਵਿਧਾਨ ਸਭਾ 'ਚ ਖੜ ਕੇ ਪੰਜਾਬ ਸਰਕਾਰ ਦਾ ਮੁਖੀ ਕਹਿ ਰਿਹਾ ਕਿ ਰਾਹੁਲ ਗਾਂਧੀ ਪਿੰਡਾਂ 'ਚ ਜਾਣਾ ਚਾਹੁੰਦਾ ਸੀ, ਉੱਥੇ ਤਾਂ ਅਸੀਂ ਵੀ ਨਹੀਂ ਗਏ। ਤੇ ਤੁਸੀਂ ਤਾਂ ਮਤਲਬ ਆਪਣੇ ਲੋਕਾਂ ਦੀ ਬਾਤ ਹੀ ਨਹੀਂ ਪੁੱਛੀ। ਸਹੀ ਗੱਲ, ਬਿਲਕੁਲ ਤੁਸੀਂ ਆਪ ਮੰਨ ਰਹੇ ਹੋ ਨਾ ਜਨਾਬ, ਜਿੱਥੇ ਤੱਕ ਤੁਸੀਂ ਗਏ ਹੋ ਉੱਥੇ ਤੱਕ ਵੀ ਤੁਸੀਂ ਸਰਕਾਰੀ ਗੱਡੀਆਂ 'ਚ, ਸਰਕਾਰੀ ਜਹਾਜ਼ਾਂ 'ਚ, ਸਰਕਾਰੀ ਕਿਸ਼ਤੀਆਂ 'ਚ ਗਏ ਹੋ। ਫਿਰ ਕਾਗਜ਼ ਲੱਭਦੇ ਕਦੇ ਆਲੀ ਯਾਦ ਆ ਗਿਆ, ਕਦੇ ਸੁਖਪਾਲ ਖਹਿਰਾ ਯਾਦ ਆ ਗਿਆ, ਉਹ ਪਤਾ ਨਹੀਂ ਜਿਹੜਾ ਬੋਲ ਕੇ ਚਲਾ ਜਾਂਦਾ ਉਹ ਤਾਂ ਆਇਆ ਹੀ ਨਹੀਂ। ਉਹ ਕਸੂਲੀ ਗਿਆ ਹੋਊਗਾ ਕਿਤੇ, ਇੱਧਰ ਉਧਰ ਪਹਾੜਾਂ 'ਚ ਵੀ ਫਿਰੀ ਜਾਂਦਾ, ਉਹ ਭਾਈ ਅਸੀਂ ਨਹੀਂ ਫੜਦੇ, ਹੈ ਨਾ। ਮਤਲਬ ਇਹ ਸਾਰਾ ਕੁਛ ਕੀ ਮੁੱਖ ਮੰਤਰੀ ਦੀ ਗੰਭੀਰਤਾ ਦਿਖਾਉਂਦਾ। ਉੱਥੇ ਦਸਤਾਵੇਜ਼ੀ ਤੌਰ ਤੇ ਪ੍ਰਵੀਨ ਜੀ ਇੱਕ ਰਿਪੋਰਟ ਪੇਸ਼ ਹੁੰਦੀ ਜੀ, ਹਲਕਾ ਵਾਈਜ਼ ਰਿਪੋਰਟ ਪੇਸ਼ ਹੁੰਦੀ ਕਿ ਇਹਨਾਂ ਹਲਕਿਆਂ 'ਚ ਹੜ੍ਹ ਆਇਆ। ਇਸ ਹਲਕੇ, ਹਰ ਹਲਕੇ ਦਾ ਐਮਐਲਏ ਹੈ ਨਾ ਤੁਹਾਡੀ ਵਿਧਾਨ ਸਭਾ 'ਚ, ਸਹੀ ਹੈ, ਉਹ ਆਪਣੇ ਹਲਕੇ ਦੀ ਇੱਕ ਰਿਪੋਰਟ ਰੱਖਦਾ ਕਿ ਆਹ ਨੁਕਸਾਨ, ਫਿਰ ਉਹਦੇ ਨਾਲ ਉਹ ਰਿਪੋਰਟ ਦਿੰਦਾ ਕਿ ਮੇਰੇ ਹਲਕੇ 'ਚ ਸੇਵਾ ਕਿਹਨੇ ਕੀਤੀ ਜੀ। ਮੁੱਖ ਮੰਤਰੀ ਸਾਹਿਬ ਇੱਕ ਲਾਈਨ 'ਚ ਕਹਿ ਗਏ ਸੰਸਥਾਵਾਂ ਦਾ ਧੰਨਵਾਦ, ਨੌਜਵਾਨਾਂ ਦਾ ਧੰਨਵਾਦ, ਸਰਕਾਰਾਂ ਸਾਰਾ ਕੁਝ ਨਹੀਂ ਕਰ ਸਕਦੀਆਂ। ਸਰਕਾਰਾਂ ਕੁਝ ਵੀ ਨਹੀਂ ਕਰ ਸਕਦੀਆਂ ਹੁਣ ਤਾਂ। ਬਿਲਕੁਲ ਜੀ। ਸਮੁੱਚੇ ਕੱਲੇ ਐਮਐਲਏ ਦੀ ਰਿਪੋਰਟ ਤੋਂ ਬਾਅਦ ਇੱਕ ਤੁਹਾਡਾ ਮੰਤਰੀ, ਸਿੰਚਾਈ ਮੰਤਰੀ ਜਾਂ ਖੇਤੀਬਾੜੀ ਮੰਤਰੀ ਰਿਪੋਰਟ ਦਿੰਦਾ, ਓਵਰਆਲ ਪਾਣੀ ਦੀ ਰਿਪੋਰਟ ਦਿੰਦਾ, ਖੇਤੀ ਦੀ ਰਿਪੋਰਟ ਦਿੰਦਾ, ਪੇਂਡੂ ਵਾਲਾ ਮੰਤਰੀ ਪਿੰਡ ਦੀ ਰਿਪੋਰਟ ਦਿੰਦਾ। ਪੂਰੀ ਰਿਪੋਰਟਾਂ, ਅਲੱਗ-ਅਲੱਗ ਰਿਪੋਰਟਾਂ ਆਉਂਦੀਆਂ, ਕਿਆ ਸਥਿਤੀ ਹੈ। ਸਹੀ ਹੈ। ਚਾਹੇ ਉਹ ਐਮਐਲਏ ਵਿਰੋਧੀ ਧਿਰ ਵਾਲੇ ਪਾਸੇ ਹੁੰਦਾ, ਚਾਹੇ ਉਹ ਬੀਜੇਪੀ ਵਾਲੇ ਪਾਸੇ ਹੁੰਦਾ, ਚਾਹੇ ਬਸਪਾ ਵਾਲੇ ਪਾਸੇ ਹੁੰਦਾ, ਜਿਹਦਾ ਵੀ ਖੇਤਰ ਆ, ਚਾਹੇ ਸੱਤਾਧਾਰੀ ਹੁੰਦਾ, ਕੱਲੇ ਨੂੰ ਟਾਈਮ ਦਿੰਦੇ। ਕਿਉਂ ਟਾਈਮ ਵੰਡਦੇ ਹੋ ਜੀ? ਅਸੀਂ 117 ਚੋਂ ਅਸੀਂ 94, ਸਾਡਾ ਟਾਈਮ ਵੱਧ, ਤੁਹਾਡਾ 2-2 ਮਿੰਟ। ਅੱਛਾ, ਜਦੋਂ ਤੁਸੀਂ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਖੁੱਲ ਕੇ ਚਰਚਾ ਕਰੋ ਨਾ। ਫਿਰ ਉਹਨਾਂ ਰਿਪੋਰਟਾਂ ਤੋਂ ਬਾਅਦ ਫਿਰ ਤੁਸੀਂ ਉਹ ਜਿਹੜਾ ਨਿਯਮ ਹੈ ਕੇਂਦਰ ਨੇ ਬਣਾਇਆ ਹੋਇਆ ਕਿ ਜੀ 16,000 ਉਹ ਦੇਣਗੇ 1 ਏਕੜ ਦਾ, ਬਾਕੀ ਇਹ ਤੋਂ ਵੱਧ ਨਹੀਂ ਦੇ ਸਕਦੇ, ਮੁਰਗੀਆਂ ਦਾ ਇੰਨਾ ਨਹੀਂ ਦੇ ਸਕਦੇ, ਖੇਤ ਵਾਲੇ ਨੂੰ ਇੰਨਾ ਨਹੀਂ ਦੇ ਸਕਦੇ, ਰੇਤ ਚੱਕੀ ਜਾਊ ਨਹੀਂ ਚੱਕੀ ਜਾਊਗੀ, ਉਹ ਸਾਰੇ ਨਿਯਮਾਂ ਦੀ ਸੁਧਾਈ ਦੇ ਲਈ ਬਿੱਲ ਲਿਆਉਂਦੇ। ਮੈਂ ਕਹਿੰਦਾ ਅਜੇ ਵੀ ਇੱਕ ਦਿਨ ਹੈਗਾ, ਕਰ ਲਓ। ਸਹੀ ਹੈ, ਬਿਲਕੁਲ, ਹੈ ਨਾ। ਫਿਰ ਉਹ ਤੋਂ ਬਾਅਦ ਅਗਲੀ ਵਾਰ ਤੋਂ ਹੜ ਨਾ ਆਉਣ, ਉਹਦੇ ਲਈ ਕੋਈ ਕਮੇਟੀ ਬਣਾ ਕੇ ਕੋਈ ਸਮਾਂ ਤੈਅ ਕਰਦੇ ਕਿ ਇੰਨੀ ਦੇਰ ਚ ਰਿਪੋਰਟ ਤਿਆਰ ਕਰਕੇ ਦਿਓ। ਜ਼ਰੂਰੀ ਨਹੀਂ ਤੁਸੀਂ ਵਿਧਾਨ ਸਭਾ ਦੇ ਹਮ ਸਭ ਜਾਣਤੇ ਹੈ ਇਹ ਫਾਰਮੂਲਾ ਕੇਜਰੀਵਾਲ ਵਾਲਾ ਹੈ, ਭਗਵੰਤ ਮਾਨ ਨੇ ਬਣਾ ਲਿਆ। ਤੇ ਮਾਹਿਰਾਂ ਦੀ ਰਾਏ ਲੈ ਲਓ, ਵਿਗਿਆਨੀਆਂ ਦੀ ਰਾਏ ਲੈ ਲਓ, ਖੋਜੀਆਂ ਦੀ ਰਾਏ ਲੈ ਲਓ, ਤੇ ਬਣਾ ਕੇ ਅਗਲੀ ਵਾਰ ਲਈ ਖਾਕਾ ਤਿਆਰ ਕਰਕੇ ਅਗਲਾ ਸੈਸ਼ਨ ਫਿਰ ਸੱਦ ਲਓ। ਫਿਰ ਡੈਮਾਂ ਦੇ ਕੰਟਰੋਲ ਦੇ ਲਈ ਕੋਈ ਤੈਅ ਕਰੋ ਨਿਯਮ, ਸਮੁੱਚੇ ਹੜ੍ਹਾਂ ਦੀ ਜਾਂਚ ਦੇ ਲਈ ਬਿਠਾਓ ਕੋਈ ਕਮਿਸ਼ਨ। ਅਜਿਹੀ ਕੋਈ ਇੱਕ ਵੀ ਕੋਈ ਗੱਲ ਕਿਤੇ ਦਿਖੀ ਹੋਵੇ ਤਾਂ ਮੈਨੂੰ ਦੱਸ ਦਿਓ। ਸੋ ਸਮੁੱਚਾ ਸੈਸ਼ਨ ਪੰਜਾਬ ਦਾ ਪੈਸਾ ਮੈਨੂੰ ਲੱਗਦਾ ਇੱਕ ਤਾਂ ਹੜ੍ਹਾਂ 'ਚ ਹੜਿਆ, ਇੱਕ ਸੈਸ਼ਨ 'ਚ ਹੜ ਗਿਆ ਸਾਡਾ ਜੀ। ਤੇ ਅਗਲੀ ਗੱਲ ਕਰੀਏ ਅਕਾਲੀ ਦਲ ਬਾਦਲ ਦੀ, ਕਹਿੰਦੇ ਸੁਖਬੀਰ ਵੀ ਮਜੀਠੀਆ ਨੂੰ ਮਿਲਿਆ ਪਰ ਹੋਈ ਮਾੜੀ ਇਹਨਾਂ ਦੇ ਨਾਲ। ਬਿਲਕੁਲ ਜੀ, ਵਿਕਰਮ ਸਿੰਘ ਮਜੀਠੀਆ ਇਸ ਮੌਕੇ ਨਾਭਾ ਜੇਲ੍ਹ 'ਚ ਨੇ। ਠੀਕ ਹੈ ਜੀ, 1 ਮਹੀਨੇ ਤੋਂ ਨੇ, ਪਰ ਮਹੀਨਾ ਖੰਡ ਤੋਂ 1.5 ਮਹੀਨਾ ਖੰਡ ਤੋਂ ਬਸ ਉਸ ਦਿਨ ਮਾੜੀ ਮੋਟੀ ਗੱਲ ਹੋ ਜਾਂਦੀ ਜਿੱਦਣ ਕੋਈ ਤਰੀਕ ਹੁੰਦੀ ਸੀ ਕੋਈ ਕਰੰਜੀ 'ਚ। ਪਰ ਦੁਬਾਰਾ ਚਰਚਾ ਚਾਹੇ ਡੇਰਾ ਬਿਆਸ ਮੁਖੀ ਜਦੋਂ ਬਾਬਾ ਗੋਬਿੰਦਰ ਸਿੰਘ ਢਿੱਲੋਂ ਮਿਲ ਕੇ ਉਹਨਾਂ ਦੀ ਮੁਲਾਕਾਤ ਨੇ ਇੱਕ ਵਾਰ ਫਿਰ ਰਾਜਨੀਤਿਕ ਸਭਾ 'ਚ ਮਜੀਠੀਆ ਨੂੰ ਮੂਹਰੇ ਲਿਆ ਖੜਾ ਕਰਤਾ ਜੀ। ਕਈ ਅੰਦਾਜ਼ੇ ਲਾਉਣ ਲੱਗੇ ਕਿ ਬਾਬਾ ਜੀ ਪਰਿਵਾਰਕ ਲੜਾਈ ਨਿਬੇੜਨ ਗਏ ਨੇ, ਕਈ ਅੰਦਾਜ਼ੇ ਲਾਉਣ ਲੱਗੇ ਕਿ ਬਾਬਾ ਜੀ ਅਕਾਲੀ ਦਲ ਦੇ ਲਈ ਉਹਨੂੰ ਥਾਪੜਾ ਦੇਣ ਗਏ ਨੇ, ਕਈ ਅੰਦਾਜ਼ੇ ਲਾਉਣ ਲੱਗੇ ਕਿ ਬਾਬਾ ਜੀ ਤਾਂ ਉਹਨੂੰ ਬੀਜੇਪੀ ਵਾਲੇ ਪਾਸੇ ਤੋੜ ਦੇਣਗੇ ਜੀ। ਮਤਲਬ ਜਿੰਨੇ ਮੂੰਹ ਕਈ ਕਹਿੰਦੇ ਵਾਲੀ ਮੁਲਾਕਾਤ ਸੀ ਬਾਬੇ ਦੀ, ਕਈ ਕਹਿੰਦੇ ਨਹੀਂ ਰਾਜਨੀਤਿਕ ਅਸਰ ਤਾਂ ਜਾਊਗਾ, ਹੈ ਨਾ। ਫਿਰ ਅਚਾਨਕ ਜਦੋਂ ਸੁਖਬੀਰ ਬਾਦਲ ਨਾਭਾ ਜੇਲ੍ਹ ਪਹੁੰਚਦੇ, ਲੋਕ ਕਹਿੰਦੇ ਲੈ ਵੀ ਬਾਬੇ ਵਾਲਾ ਮੁਲਾਕਾਤ ਦਾ ਚਮਤਕਾਰ ਦਿਖਣ ਲੱਗ ਪਿਆ। ਤੇ ਜਿੱਦਾਂ ਹੀ ਡੇਰਾ ਬਿਆਸ ਮੁਖੀ ਮਿਲ ਕੇ ਆਉਂਦੇ ਨੇ, ਉਹ ਤੋਂ ਬਾਅਦ ਸੁਖਬੀਰ ਬਾਦਲ ਆ ਜਾਂਦੀ ਹੈ, ਹਰਸਿਮਰਤ ਕੌਰ ਬਾਦਲ ਵੀ ਨਾਲ ਜਾਂਦੇ ਨੇ, ਗਰੀਬ ਕੌਰ ਨੂੰ ਵੀ ਨਾਲ ਲੈ। ਠੀਕ ਹੈ, ਅੱਛਾ। ਤੇ ਨਾਲ ਵਕੀਲ ਵੀ ਸੀਗੇ, ਕਲੇਰ ਹੋ ਰਹੇ ਸਾਰੇ ਮਿਲਿਆ। ਬਾਹਰ ਆਏ
ਬਾਹਰ ਆ ਕੇ ਸਰਕਾਰ ਨਾਲੋਂ ਵੱਧ, ਸਿਸਟਮ ਨਾਲੋਂ ਵੱਧ ਪਟਿਆਲਾ ਦੇ ਐਸਐਸਪੀ ਨੂੰ ਘੇਰਿਆ। ਅੱਛਾ, ਕਹਿੰਦੇ ਬਖਸ਼ੂਗਾ ਨਹੀਂ, ਇੱਕ ਵਾਰ ਸਰਕਾਰ ਆ ਜਾਂਦੇ, ਇਹਨੂੰ ਮੈਂ ਜਿਹਦੇ ਧੱਕੇ ਚੜ ਕੇ ਕਰ ਰਿਹਾ, ਐ ਕਰ ਰਿਹਾ, ਉਹ ਕਰ ਸਾਰਾ ਕੁਛ। ਉਸ ਤੋਂ ਬਾਅਦ ਫਿਰ ਲੱਗਿਆ ਕਿ ਕੁਛ ਗੜਬੜ ਹੋਈ ਹੈ। ਗੜਬੜ ਇਹ ਸੀ ਕਿ ਬਿਆਸ ਮੁਖੀ ਜੇ ਮਿਲਣ ਜਾਂਦੇ ਨੇ ਤਾਂ ਉਹਨਾਂ ਲਈ ਇਕੱਲਾ ਗੇਟ ਨਹੀਂ ਖੁੱਲਦਾ, ਉਹਨਾਂ ਦੀ ਗੱਡੀ ਲਈ ਵੀ ਗੇਟ ਖੁੱਲਦਾ ਜੇਲ੍ਹ ਦਾ। ਠੀਕ ਹੈ ਜੀ। ਬਿਆਸ ਮੁਖੀ ਜੇ ਮਿਲਣ ਜਾਂਦੇ ਨੇ ਤਾਂ ਉਹ ਇੰਜ ਨਹੀਂ ਮਿਲਦੇ ਕਿ ਜੇਲ੍ਹ 'ਚ ਕਿਸੇ ਬੰਦ ਬੰਦੇ ਨੂੰ ਮਿਲ ਕੇ ਆਏ, ਇੰਜ ਮਿਲਦੇ ਨੇ ਜਿਵੇਂ ਘਰੇ ਡਰਾਇੰਗ ਰੂਮ 'ਚ ਮਿਲ ਕੇ। ਕੀ ਬਾਤ। ਉਹਨਾਂ ਦੀ ਮੁਲਾਕਾਤ ਇੰਜ ਸੀ ਜੀ, ਬਕਾਇਦਾ ਆ ਕੇ ਚਾਹ ਦਾ ਕੱਪ ਸਾਂਝਾ ਕਰਦੇ ਆ, ਸਾਰਾ ਕੁਛ ਹੈ ਨਾ। ਆਮ ਤੌਰ ਤੇ ਹੁੰਦਾ ਕਿ ਜੇਲਰ ਆਪਣੇ ਕਮਰੇ 'ਚ ਬੁਲਾ ਕੇ ਮੁਲਾਕਾਤਾਂ ਕਰਾ ਦਿੰਦਾ, ਪਰ ਸੁਖਬੀਰ ਸਿੰਘ ਬਾਦਲ ਮਿਲਣ ਜਾਂਦੇ ਨੇ। ਠੀਕ ਹੈ ਜੀ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਦੋਹਰਾ ਰਿਸ਼ਤਾ ਹੈ। ਇੱਕ ਪਾਰਟੀ ਦਾ ਰਾਜਨੀਤਿਕ ਰਿਸ਼ਤਾ ਹੈ ਮਜੀਠੀਆ ਨਾਲ, ਵੱਡੇ ਕੱਦ ਦਾ ਲੀਡਰ ਹੈ, ਮੰਤਰੀ ਰਿਹਾ ਬਾਦਲਾਂ ਦੀ ਸਰਕਾਰ ਦੇ ਵਿੱਚ, ਅਕਾਲੀ ਬੀਜੇਪੀ ਸਰਕਾਰ ਦੇ ਵਿੱਚ। ਸਹੀ ਹੈ। ਦੂਸਰਾ, ਉਹਨਾਂ ਦੀ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਦਾ ਸਕਾ ਭਰਾ। ਇਹ ਤੋਂ ਨੇੜਲਾ ਰਿਸ਼ਤਾ ਹੋਰ ਕੀ ਹੋਗਾ ਉਹਨਾਂ ਲਈ। ਜੀ ਸਹੀ ਹੈ। ਇਸ ਲਈ ਦੋਵਾਂ ਕੋਣ ਤੋਂ ਇਹ ਰਿਸ਼ਤਾ ਬਹੁਤ, ਮੁਲਾਕਾਤ ਨੂੰ ਬੜਾ ਅਹਿਮ ਦੇਖਿਆ ਜਾ ਰਿਹਾ ਸੀ ਕਿ 3 ਮਹੀਨੇ ਤੋਂ ਕਿਉਂ ਨਹੀਂ ਜਾ ਰਹੇ ਸੁਖਬੀਰ ਬਾਦਲ। ਉਹ ਕਹਿੰਦੇ ਜੀ ਸਾਨੂੰ ਪਹਿਲਾਂ ਟਾਈਮ ਨਹੀਂ ਦਿੰਦੇ ਸੀ, ਹੁਣ ਟਾਈਮ ਮਿਲਿਆ। ਮਤਲਬ ਜਦੋਂ ਕਿ ਪਹਿਲਾਂ ਕਦੇ ਸਮਾਂ ਮੰਗਿਆ ਹੀ ਨਹੀਂ ਸੁਖਬੀਰ ਬਾਦਲ ਹੋਰਾਂ ਨੇ। ਸੱਚ ਤਾਂ ਇਹ ਹੈ। ਮੰਗਿਆ ਹੁੰਦਾ, ਤੁਸੀਂ ਕਿੰਨੀ ਵਾਰ ਮੀਡੀਆ 'ਚ ਉਛਾਲ ਦੇ ਗੱਲ ਕਿ ਲਓ ਜੀ ਸਾਨੂੰ ਮਿਲਣ ਨਹੀਂ ਦਿੰਦੇ। ਗਏ ਸੀ, ਮਤਲਬ ਜਿਹੜੇ ਮਿਲਣਗੇ, ਬਲਟੋਹਾ ਮਿਲਣਗੇ, ਚੀਮਾ ਹੋਰੀ ਮਿਲਣਗੇ, ਹੈ ਨਾ, ਮਹੇਸ਼ਿੰਦਰ ਗਰੇਵਾਲ ਨਹੀਂ ਮਿਲਣ ਦਿੱਤਾ, ਉਹਦੀ ਚਰਚਾ ਆਈ ਨਾ। ਸਹੀ ਹੈ। ਤੁਸੀਂ ਕਦ ਕੋਸ਼ਿਸ਼ ਕੀਤੀ, ਚਿੱਠੀ ਪੱਤਰ ਭੇਜਿਆ ਹੋਵੇ, ਮਨਜ਼ੂਰੀ ਮੰਗੀ ਹੋਵੇ, ਤੁਸੀਂ ਆਪ ਗਏ ਹੋਵੋ, ਖਬਰ ਨਾ ਲੱਗਦੀ। ਚਲੋ, ਇੱਕ ਪਾਸੇ ਡੇਰਾ ਬਿਆਸ ਮੁਖੀ ਮਿਲਣ ਜਾਂਦੇ ਨੇ, ਉਹਨਾਂ ਲਈ ਪ੍ਰੋਟੋਕੋਲ ਹੋਰ ਤਰੀਕੇ ਨਾਲ ਅਪਣਾਇਆ ਜਾਂਦਾ। ਦੂਸਰੇ ਪਾਸੇ ਪੰਜਾਬ ਦੀ ਇੱਕ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਪਾਰਟੀ ਹੈ, ਉਹਦਾ ਪ੍ਰਧਾਨ ਮਿਲਣ ਜਾਂਦਾ, ਜਿਹੜਾ ਸਾਬਕਾ ਮੁੱਖ ਮੰਤਰੀ ਵੀ ਹੈ, ਸਾਬਕਾ ਕੇਂਦਰੀ ਮੰਤਰੀ ਵੀ ਹੈ, ਸਾਬਕਾ ਐਮਐਲਏ ਐਮਪੀ ਵੀ ਹੈ, ਤੇ ਉਹਨਾਂ ਦੇ ਨਾਲ ਮੌਜੂਦਾ ਮੈਂਬਰ ਪਾਰਲੀਮੈਂਟ ਆ ਹਰਸਿਮਰਤ ਕੌਰ ਬਾਦਲ। ਸਹੀ ਹੈ। ਉਹਨਾਂ ਦੇ ਨਾਲ ਮੌਜੂਦਾ ਪੰਜਾਬ ਵਿਧਾਨ ਸਭਾ ਦੀ ਮੈਂਬਰ ਹੈ ਗਨੀਪ ਕੌਰ, ਜਿਹੜੀ ਮਜੀਠੀਆ ਦੀ ਧਰਮ ਪਤਨੀ। ਤਿੰਨਾਂ ਨੂੰ ਸਲਾਖਾਂ 'ਚ ਖੜਾ ਕੇ ਮਿਲਾਇਆ ਜਾਂਦਾ ਜੀ। ਇਹ ਫਰਕ ਸੀ। ਇਸ ਚੀਜ਼ ਨੇ ਗੁੱਸਾ ਵੀ ਦਵਾਇਆ ਸੁਖਬੀਰ ਬਾਦਲ ਨੂੰ ਜੀ। ਇਸ ਵਿਹਾਰ ਨੇ ਉਹਨਾਂ 'ਚ ਚਿੜ ਵੀ ਪੈਦਾ ਕੀਤੀ, ਔਖੇ ਵੀ। ਪਰ ਇਹ ਵੀ ਸੱਚਾਈ ਹੈ ਕਿ ਸੁਖਬੀਰ ਬਾਦਲ ਹੋਰੀ, ਉਹਨਾਂ ਦੀ ਪਾਰਟੀ ਤੇ ਉਹਨਾਂ ਦੀ ਪਰਿਵਾਰਕ ਧਿਰ ਮਜੀਠੀਆ ਦੇ ਮਸਲੇ ਤੇ ਉਵੇਂ ਲੜਦੀ ਅਜੇ ਤੱਕ ਦਿਖੀ ਨਹੀਂ ਜਿਵੇਂ ਲੋਕ ਉਮੀਦ ਕਰਦੇ ਸੀ, ਸੋਚਦੇ ਸੀ। ਪਰ ਡੇਰਾ ਤੋਂ ਬਾਅਦ ਇਹ ਫੇਰੀ ਨੇ ਕਈ ਅਰਥ ਬਦਲੇ ਨੇ ਕਿ ਕੀ ਸੁਖਬੀਰ ਬਾਦਲ ਰਿਸ਼ਤਿਆਂ ਦੀ ਕੜੱਤਣ ਮਿਟਾ ਕੇ ਗਏ ਨੇ, ਕਿ ਬਾਬਾ ਜੀ ਨੇ ਕੋਈ ਰੋਲ ਨਿਭਾਇਆ, ਜਾਂ ਉਹ ਰਾਜਨੀਤਿਕ ਤੌਰ ਤੇ ਜਿਹੜਾ ਪੈਚਅਪ ਉਹ ਕਰਨ ਗਏ ਨੇ, ਜਾਂ ਉਹਨਾਂ ਨੂੰ ਇੱਕ ਗੁੱਸਾ ਪੈਦਾ ਹੋਣ ਲੱਗ ਪਿਆ ਕਿ ਜੇ ਮਜੀਠੀਆ ਹੁਣ ਅੱਜ ਨਹੀਂ ਤਾਂ ਕੱਲ ਨੂੰ ਜ਼ਮਾਨਤ ਤੇ ਆਊਗਾ, ਸਾਡੇ ਕੋਲ ਆਉਣ ਦੀ ਬਜਾਏ ਜਿਨ੍ਹਾਂ ਦੀ ਵਾਸ਼ਿੰਗ ਮਸ਼ੀਨ ਸਾਰੇ ਦੁੱਧ ਧੋਤੇ ਹੋ ਜਾਂਦੇ ਨੇ, ਕਿਤੇ ਉਧਰ ਬੀਜੇਪੀ ਨਾ ਤੁਰ ਜਵੇ। ਇਹ ਕਈ ਪਹਿਲੂ ਨੇ, ਅਜੇ ਬਹੁਤ ਕੁਝ ਖੁੱਲੂਗਾ ਰਾਜ। ਫਿਲਹਾਲ ਜੇਲ੍ਹ ਦੇ ਗੇਟ ਖੁੱਲੇ ਸੀ ਸੁਖਬੀਰ ਬਾਦਲ ਲਈ, ਪਰ ਸਲਾਖਾਂ ਚੋਂ ਹੀ, ਚੀਤਾਂ ਚੋਂ ਹੀ ਮੁਲਾਕਾਤ। ਹਾਂਜੀ ਬਿਲਕੁਲ, ਦੇਖੋ ਮਾਇਨੇ ਤਾਂ ਬਹੁਤ ਕੱਢੇ ਜਾ ਰਹੇ ਨੇ ਇਸ ਮੁਲਾਕਾਤ ਤੇ। ਮੁਲਾਕਾਤ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ, ਉਹਨਾਂ ਦਾ ਬਾਜ਼ਾਰ ਗਰਮ ਸੀਗਾ ਸ਼ਰਮਾ ਜੀ, ਕਿਉਂਕਿ ਜਿਹੜੇ ਨਰਿੰਦਰ ਢਿੱਲੋਂ ਸਾਹਿਬ ਨੇ ਦੋਨਾਂ ਪਰਿਵਾਰਾਂ ਦੇ ਕਾਫੀ ਕਰੀਬ ਨੇ, ਰਿਸ਼ਤੇਦਾਰੀਆਂ ਤਾਂ ਆਪਸ ਵਿੱਚ ਹੈਗੀਆਂ ਹੀ ਹੈਗੀਆਂ ਨੇ। ਸਿਆਸੀ ਮਸਲਿਆਂ ਉੱਤੇ ਵੀ ਕਈ ਵਾਰੀ ਪ੍ਰਭਾਵ ਦਿਖਦਾ ਹੁੰਦਾ ਬਾਦਲ ਪਰਿਵਾਰ ਦੇ ਸਿਆਸੀ ਫੈਸਲਿਆਂ ਉੱਤੇ ਖਾਸ ਕਰਕੇ। ਅਗਲੀ ਗੱਲ ਕਰੀਏ ਕਾਨੂੰਨ ਦੇ ਦੋਗਲਾਪਣ ਦੀ ਜਾਂ ਕਾਨੂੰਨ ਦੇ ਲਾਗੂ ਹੋਣ ਦੀ, ਡਾਢੇ ਲਈ ਹੋਰ ਤੇ ਆਮ ਲੋਕਾਂ ਲਈ, ਖਾਸ ਕਰਕੇ ਸੰਘਰਸ਼ਕਾਰੀ ਲੋਕਾਂ ਦੇ ਲਈ ਹੋਰ। ਕਹਿੰਦੇ ਇੱਕ ਐਸਾ ਕਾਨੂੰਨ ਹੈ, ਬਲਾਤਕਾਰੀ ਕਾਤਲ ਨੂੰ ਪੈਰੋਲ, ਤੇ ਉਹ ਵੀ ਆਪਾਂ ਦੇਖਿਆ ਵੀ ਕਿੰਨੇ ਵਾਰੀ ਮਿਲਦੀ ਹੈ, ਤੇ ਸੰਘਰਸ਼ੀ ਆਗੂ ਜਿਹੜਾ ਜੇਲ੍ਹ ਦੇ ਵਿੱਚ ਸੀਗਾ, ਉਹਨੂੰ ਪਿਓ ਦੇ ਸੰਸਕਾਰ ਤੇ ਵੀ ਹੱਥ ਕੜੀ। ਇਹ ਮਾਮਲਾ ਹੈਗਾ ਮਰੇਲਕੋਟਲਾ ਖੇਤਰ ਦੇ ਪਿੰਡ ਹਥੋਆ ਦਾ ਜੀ। ਹਥੋਆ ਦਾ ਨੌਜਵਾਨ ਹੈ ਬਿੱਕਰ ਸਿੰਘ ਹਥੋਆ। ਉਹ ਬੇਜ਼ਮੀਨੇ ਕਿਰਤੀਆਂ ਲਈ, ਬੇਜ਼ਮੀਨੇ ਮਜ਼ਦੂਰਾਂ ਲਈ ਸੰਘਰਸ਼ ਕਰਦਾ ਹੈ। ਪ੍ਰਧਾਨਕ ਤੌਰ ਤੇ ਜਿਹੜਾ ਉਹਨਾਂ ਦਾ ਹੱਕ ਬਣਦਾ ਹੈ ਸਾਂਝੀਆਂ ਜ਼ਮੀਨਾਂ ਚੋਂ ਜ਼ਮੀਨ ਦਾ, ਹਮਲਾਤਾਂ ਚੋਂ ਜ਼ਮੀਨ ਦਾ, ਉਹ ਬੇਜ਼ਮੀਨਾਂ ਨੂੰ ਜ਼ਮੀਨਾਂ ਦਿਵਾਉਣ ਲਈ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਿੱਤ ਸਕੱਤਰ ਹੈ। ਇਹ ਦੱਸੋ ਮੈਨੂੰ, ਮਤਲਬ ਕਿ ਕੀ ਵਿੱਤ ਸਕੱਤਰ ਹੋਣਾ, ਬੇਜ਼ਮੀਨਿਆਂ ਲਈ ਕੰਮ ਕਰਨਾ, ਐਸਸੀਬੀਸੀ
ਭਾਈਚਾਰੇ ਲਈ, ਗਰੀਬ ਤਬਕੇ ਲਈ, ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਉਹਨਾਂ ਦੀ ਲੜਾਈ ਲੜਨਾ, ਉਹ ਵੀ ਉਸ ਕੋਣ ਤੋਂ ਜਿਹੜਾ ਕੋਣ ਸੰਵਿਧਾਨਕ ਤੌਰ ਤੇ ਉਹਨਾਂ ਨੂੰ ਇਹ ਹੱਕ ਦਿੰਦਾ। ਬਿਲਕੁਲ ਸਹੀ। ਫਿਰ ਉਸ ਨੁਕਤੇ ਦੇ ਆਧਾਰ ਤੇ ਉੱਤੇ ਤੇ ਉਹ ਵੀ ਉਹਦਾ ਗੁਨਾਹ ਬਣਦਾ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਠੀਕ ਹੈ, ਸਰਕਾਰਾਂ ਇਹ ਤਰੀਕਾ ਅਪਣਾਉਂਦੀਆਂ ਨੇ ਜਿਹੜਾ ਸਰਕਾਰਾਂ ਨੂੰ ਸਵਾਲ ਕਰਦਾ, ਚੁਣੌਤੀ ਦਿੰਦਾ, ਉਹਨਾਂ ਨਾਲ ਬਹਿਸ ਕਰਦਾ, ਉਹਨਾਂ ਨਾਲ ਤਰਕ ਆਧਾਰਿਤ ਗੱਲ ਕਰਦਾ, ਉਹ ਸਰਕਾਰਾਂ ਨੂੰ ਚੁਭਣ ਲੱਗ ਤੇ ਉਹਨਾਂ ਤੇ ਕਾਰਵਾਈ ਕਰਕੇ ਹੋਰਨਾਂ ਨੂੰ ਡਰਾਉਣਾ ਚਾਹੁੰਦੇ ਨੇ। ਤਰੀਕਾ ਤਾਂ ਇਹ ਹੁੰਦਾ ਅਸਲ 'ਚ, ਉਹਨੂੰ ਨਹੀਂ ਚੱਕ ਰਹੇ ਹੁੰਦੇ, ਹੋਰ ਜਿਹੜੇ ਉਹਦੇ ਨਾਲ ਹੁੰਦੇ ਨੇ ਉਹਨਾਂ ਨੂੰ ਡਰਾਉਣਾ ਹੁੰਦਾ ਕਿ ਦੇਖਿਓ ਕਿਤੇ, ਹੈ ਨਾ। ਸੋ ਇਸ ਤਰ੍ਹਾਂ ਬਿੱਕਰ ਸਿੰਘ ਹਥੂਆ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਜੀ। ਚਲੋ ਉਹਦੇ ਤੇ ਮੈਂ ਕਹਿੰਦਾ ਸਮਾਜਿਕ ਕਾਰਕੁਨ ਹੋਣ ਦੇ ਕਾਰਨ ਕੇਸ ਚਲਾਓ, ਜੋ ਮਰਜ਼ੀ ਕਰੋ, ਪਰ ਉਹ ਬਲਾਤਕਾਰੀ ਤਾਂ ਨਹੀਂ ਹੈਗਾ ਨਾ ਜੀ। ਸਹੀ ਹੈ, ਪਰ ਉਹ ਕਾਤਲ ਤਾਂ ਨਹੀਂ ਹੈਗਾ ਨਾ ਜੀ। ਅਦਾਲਤ ਨੇ ਉਹਨੂੰ ਬਲਾਤਕਾਰੀ ਤੇ ਕਾਤਲ ਦੀ ਕੋਈ ਸਜ਼ਾ ਤਾਂ ਨਹੀਂ ਦਿੱਤੀ ਨਾ। ਉਹ ਕੋਈ ਇਹੋ ਜਿਹੇ ਅਪਰਾਧਿਕ ਰਿਕਾਰਡ ਵਾਲਾ ਤਾਂ ਨਹੀਂਗਾ ਨਾ ਜੀ। ਫਿਰ ਉਹਦੇ ਪਿਓ ਦੇ ਮਰਨ ਤੇ ਉਸ ਨੂੰ ਦੇਣ ਲੱਗਿਆ, ਇੱਕ ਮੋਢਾ ਉਹਦਾ ਪਿਓ ਦੀ ਅਰਥੀ ਥੱਲੇ ਆ ਤੇ ਦੂਈ ਬਾਹ ਵਾਲਾ ਸੰਗਲ ਪੁਲਿਸ ਨੇ ਫੜਿਆ ਹੋਇਆ, ਹੱਥਕੜੀ ਲੱਗੀ ਉਹਨੂੰ। ਸਹੀ ਹੈ। ਫਿਰ ਭੋਗ ਪਿਆ ਪਿਓ ਦਾ, ਫਿਰ ਗੁਰਦੁਆਰੇ ਲਿਆਂਦਾ ਉਹਨੂੰ ਘੰਟਿਆਂ ਬੱਧੀ ਪੈਰੋਲ ਤੇ। ਗੁਰਦੁਆਰਾ ਸਾਹਿਬ ਦੇ ਅੰਦਰ ਵੀ ਉਹਦੀ ਹੱਥਕੜੀ ਨਹੀਂ ਖੁੱਲੀ। ਠੀਕ ਹੈ ਜੀ, ਹੈ ਨਾ। ਮਤਲਬ ਇੱਕ ਸਮਾਜਿਕ ਕਾਰਕੁਨ ਆ, ਉਹ ਲੋਕ ਨੁਮਾਇੰਦਾ ਹੈ, ਤੇ ਤੁਸੀਂ ਇਹ ਵਿਵਹਾਰ ਕਿਉਂ ਜੀ? ਕਿਹੜਾ ਸੰਵਿਧਾਨ, ਕਿਹਦੇ ਹੁਕਮਾਂ ਤੇ ਹੱਥਕੜੀ ਲੱਗੀ ਹੈ ਜੀ? ਇਹ ਕੋਈ ਪੈਮਾਨਾ ਹੈਗਾ ਤਾਂ ਦੱਸਣ ਕਿ ਇਹ ਕਾਨੂੰਨ ਬਣਦਾ ਜੀ। ਉਹ ਕਈ ਤਰ੍ਹਾਂ ਕਹਿ ਰਹੀਆਂ, ਮਨੁੱਖੀ ਅਧਿਕਾਰਾਂ ਨੂੰ ਚੈਲੰਜ ਕਰਨਗੀਆਂ। ਸੋ ਫਿਰ ਇੱਥੋਂ ਸਵਾਲ ਪੈਦਾ ਹੁੰਦਾ ਨਾ ਕਿ ਇੱਕ ਡੇਰਾ ਮਤਲਬ ਕਿ ਡੇਰਾ ਸਿਰਸਾ ਮੁਖੀ ਹੈ ਗੁਰਮੀਤ ਸਿੰਘ ਰਾਮ ਰਹੀਮ, ਹੈ ਨਾ, ਤੇ ਜਿਹਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਕਤਲ ਔਰ ਬਲਾਤਕਾਰ ਦੇ ਮਾਮਲੇ 'ਚ, ਉਹਨੂੰ ਬਾਰ-ਬਾਰ ਪੈਰੋਲ ਵੀ ਮਿਲਦੀ ਹੈ। ਇੱਕ ਸਮਾਜਿਕ ਕਾਰਕੁਨ ਹੈ ਜਿਹਨੂੰ ਤੁਸੀਂ ਹੱਥਕੜੀਆਂ ਜਕੜ ਕੇ ਉਹਦੇ ਪਿਓ ਦੀ ਦਾਹ ਸੰਸਕਾਰ ਤੇ ਪਿਓ ਦੇ ਭੋਗ ਤੇ ਲੈ ਕੇ ਆਉਣੇ, ਲੋਕ ਗੱਲਾਂ ਕਰ। ਪਰ ਆਪਾਂ ਤਾਂ ਇਹ ਵਰਤਾਰਾ ਕੱਲ ਵੀ ਆਪਾਂ ਚਰਚਾ ਕਰ ਰਹੇ ਸੀਗੇ, ਉਹ ਬੀਬੀ ਹਰਜੀਤ ਕੌਰ ਜਿਹੜੀ 73 ਸਾਲਾਂ ਭੇਜੀ, ਤੇ ਮਤਲਬ ਸਾਡੀਆਂ ਸਰਕਾਰਾਂ ਜੀ ਉਸ ਮਸਲੇ ਤੇ ਬੋਲ ਨਹੀਂ ਪਾ ਰਹੀਆਂ, ਤਾਂ ਤੁਸੀਂ ਆਪ ਵੀ ਹੋ ਜਿਹੇ ਹੋ ਨਾ। ਸਹੀ, ਤਾਂ ਹੀ ਰਿਐਕਟ ਨਹੀਂ ਕਰ ਰਹੇ, ਤੁਸੀਂ ਤਾਂ ਹੀ ਸਵਾਲ ਨਹੀਂ ਕਰ ਪਾ ਰਹੇ। ਸੋ ਸੂਬੇ ਤੋਂ ਲੈ ਕੇ ਮੁਲਕ ਤੱਕ, ਮੁਲਕ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਮਨੁੱਖੀ ਅਧਿਕਾਰਾਂ ਦਾ ਤਿਆਮ ਸ਼ਰੇਆਮ ਕਾਣ ਹੋ ਰਿਹਾ ਜੀ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਲਦਾਖ ਦੀ, ਸੋਨਮ ਵਾਂਗਚੁਕ ਕਹਿੰਦੇ NSA ਦੇ ਤਹਿਤ ਗ੍ਰਿਫਤਾਰ ਜੀ। ਬਿਲਕੁਲ ਜੀ, ਜਦੋਂ ਹਿੰਸਕ ਘਟਨਾ ਵਾਪਰੀ ਉਹ ਤੋਂ ਬਾਅਦ ਹੀ ਸੋਨਮ ਵਾਂਗਚੁਕ ਨੂੰ ਮਿਲਣ ਦਾ ਅੰਦਾਜ਼ਾ ਹੋ ਗਿਆ ਸੀ। ਉਹਨਾਂ ਨੇ ਬੇਸ਼ੱਕ ਆਪਣੀ ਭੁੱਖ ਹੜਤਾਲ ਵਾਪਸ ਲੈਂਦਿਆਂ ਹੋਏ ਕਿਹਾ ਸੀਗਾ ਵੀ ਕਿ ਇਹ ਆਪਣਾ ਰਾਹ ਨਹੀਂ ਹੈਗਾ, ਇਹ ਨਹੀਂ ਕਰਨਾ ਚਾਹੀਦਾ ਸੀ, ਏਦਾਂ ਕਿਉਂ ਕੀਤਾ ਗਿਆ, ਮੈਂ ਇਹਦਾ ਵਿਰੋਧ ਕਰਦਾ ਤੇ ਮੈਂ ਆਪਣੀ ਭੁੱਖ ਹੜਤਾਲ ਵਾਪਸ ਲੈਣਾ। ਪਰ ਉਹਦੇ ਬਾਵਜੂਦ ਵੀ ਉਹਨਾਂ ਨੂੰ ਮਿਲਣ ਦਾ ਅੰਦਾਜ਼ਾ ਸੀਗਾ ਕਿ ਮੇਰੇ ਤੇ ਜਿਹੀ ਕਾਰਵਾਈ ਕਰਨਗੇ, ਤੇ ਉਹ ਹੋਇਆ ਜੀ। ਵਾਂਗਚੁਕ ਹੋਰਾਂ ਤੇ ਸੋਨਮ ਵਾਂਗਚੁਕ ਹੋਰਾਂ ਤੇ NSA ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜੋਧਪੁਰ ਜੇਲ੍ਹ ਭੇਜ। ਉਹਨਾਂ ਦੀ ਜਿਹੜੀ NGO ਹੈ ਉਹ ਪਹਿਲਾਂ ਹੀ ਬੈਨ ਕਰਤੀ ਹੈ ਇਹਨਾਂ ਨੇ, ਉਹਨਾਂ ਦੇ ਖਾਤੇ ਫਰੋਲੇ ਜਾ ਰਹੇ ਨੇ, ਸਾਰਾ ਕੁਛ ਹੈ ਨਾ। ਤੇ ਇੱਕ ਤਰ੍ਹਾਂ ਨਾਲ ਉੱਥੇ ਅਜੇ ਕਰਫਿਊ ਲੱਗਿਆ, ਮੋਬਾਈਲ ਇੰਟਰਨੈਟ ਬੰਦ ਹੈ, ਤੇ ਇਸ ਤੋਂ ਬਾਅਦ ਮਤਲਬ ਕਿ ਅਜੇ ਵੀ ਉੱਥੇ ਤਣਾਅ ਵਾਲਾ ਮਾਹੌਲ ਹੈ। ਚੰਗਾ ਤਾਂ ਇਹ ਹੁੰਦਾ ਕਿ ਉਸ ਘਟਨਾ ਤੋਂ ਬਾਅਦ ਵੀ ਸਰਕਾਰ ਇਹਨਾਂ ਪ੍ਰਦਰਸ਼ਨਕਾਰੀ ਧਿਰਾਂ ਨਾਲ ਜਿਹੜੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਪਹਿਲ ਕਦਮੀ ਕਰਕੇ ਅੱਗੇ ਵਧ ਰਹੇ ਸੀ, ਉਹਨਾਂ ਨਾਲ ਅਜੇ ਵੀ ਗੱਲਬਾਤ ਨਹੀਂ ਬੈਠੀ, ਤਾਂ ਕਿ ਮਾਹੌਲ ਸਾਵਾਂ ਹੁੰਦਾ, ਤਾਂ ਕਿ ਮਾਹੌਲ ਸੁਖਾਵਾਂ ਹੁੰਦਾ, ਤਾਂ ਕਿ ਮਾਹੌਲ 'ਚ ਲੱਗਦਾ ਲੋਕਾਂ ਨੂੰ ਕਿ ਸਰਕਾਰ ਸਾਡੀ ਗੱਲ ਸੁਣ ਰਹੀ ਹੈ। ਜਿਵੇਂ ਆਪਾਂ ਪੰਜਾਬ ਵਾਲੀ ਗੱਲ ਕਰਦੇ ਨਾ ਕਿ ਅਸੀਂ ਸਰਹੱਦੀ ਸੂਬਾ, ਉਵੇਂ ਉਹ ਵੀ ਚੀਨਾ ਲੱਗਦਾ ਸਰਹੱਦੀ ਹੈ। ਸਹੀ ਹੈ। ਤੇ ਉਹ ਏਰੀਆ ਬਹੁਤ ਖਤਰਨਾਕ ਹੈ, ਤੇ ਫਿਰ ਮੈਦਾਨੀ ਖੇਤਰ ਹੈ, ਆਉਂਦਾ ਜਾਂਦਾ ਕੋਈ ਦਿਖ ਜਾਂਦਾ, ਉੱਥੇ ਤਾਂ ਫਿਰ ਕਾਰਗਲ ਹੁੰਦੀ ਹੈ। ਤੋ ਇਸ ਲਈ ਉਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਰਕਾਰਾਂ ਨੂੰ ਸੰਵੇਦਨਸ਼ੀਲ ਬਣ ਕੇ ਗੱਲ ਕਰਨੀ ਚਾਹੀਦੀ ਸੀ, ਪਰ ਨਹੀਂ ਤਰੀਕਾ ਅਪਣਾ ਰਹੇ। ਹੁਣ ਇਸ ਤੋਂ ਬਾਅਦ ਉੱਥੇ ਕੀ ਰੁੱਖ ਅਖਤਿਆਰ ਹੁੰਦੇ ਦੇਖਣ ਵਾਲੀ ਗੱਲ ਹੋਊਗੀ, ਪਰ ਇੱਕ ਨਵਾਂ ਤਣਾਅ ਉਸ ਖੇਤਰ 'ਚ ਪੈਦਾ ਹੋ ਗਿਆ ਜੀ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA।